ਜਿਨ੍ਹਾਂ ਨਾਲ ਕੋਈ ਕ੍ਰਾਈਮ ਵਾਪਰਦਾ, ਕੋਈ ਉੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਉਹ ਸਿੱਧਾ ਪੁਲਿਸ ਨਾਲ ਜਾ ਕੇ ਮੁਖਾਤਬ ਹੁੰਦੇ ਨੇ। ਜਦੋਂ ਪੁਲਿਸ ਕੋਲ ਜਾਂਦੇ ਨੇ ਤਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਇਹ ਰੂਲ ਹੈ, CRPC ਦੇ ਵਿੱਚ ਜਿਹੜੀ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਵੀ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ FIR ਦਰਜ ਹੋਏਗੀ ਅਤੇ ਉਹਨਾਂ ਨੂੰ ਕਾਪੀ ਜਿਹੜੀ ਹੈ ਕੰਪਲੇਨੈਂਟ ਨੂੰ, ਜਿਹੜਾ ਮਦਈ ਹੈ ਉਹਨੂੰ, ਜਿਹੜੀ ਪੀੜਤ ਨੂੰ, ਉਹ ਕਾਪੀ ਜਿਹੜੀ ਫ੍ਰੀ ਆਫ ਕਾਸਟ ਦਿੱਤੀ ਜਾਊਗੀ। ਬਟ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਹੈ ਇਹਦੇ ਪਾਰਟ 'ਤੇ ਬਹੁਤ, ਜਿਹੜੀ ਸਰਕਾਰ ਦਾ ਵਿਭਾਗ ਹੈ ਇਹਦੇ ਪਾਰਟ 'ਤੇ ਇਹ ਵੱਡਾ ਨੁਕਸ ਹੈਗਾ ਵੀ ਛੋਟੀਆਂ ਨਿਚਲੀਆਂ ਅਦਾਲਤਾਂ ਦੇ ਵਿੱਚ ਉਹ ਜਿਹੜੇ ਮੁਦਈ ਨੇ, ਜਿਹੜੇ ਪੀੜਤ ਹੁੰਦੇ ਆ, ਅਤੇ ਉਹ ਧਿਰ ਦੇ ਬਿਆਨ ਜਿਹੜੇ ਹੈ ਉਹ ਆਪ ਉਹਨਾਂ ਦੀ ਪੁਲਿਸ ਫਾਈਲ ਤਾਂ ਪੰਜਾਬੀ ਦੇ ਵਿੱਚ ਹੁੰਦੀ ਹੈ ਅਤੇ ਉਹ ਅਦਾਲਤ ਦੇ ਵਿੱਚ ਉਹਨਾਂ ਦੇ ਬਿਆਨ ਇੰਗਲਿਸ਼ ਦੇ ਵਿੱਚ ਲਿਖਾਉਂਦੇ ਆ। ਤਾਂ 1948 ਦੇ ਵਿੱਚ ਜਦੋਂ UN ਕਨਵੈਨਸ਼ਨ ਫਾਰ ਹਿਊਮਨ ਰਾਈਟਸ, ਮਤਲਬ ਮਨੁੱਖੀ ਹੱਕਾਂ ਦਾ ਜਿਹਨੂੰ ਚਾਰਟਰ ਕਹਿੰਦੇ ਆ, ਉਹ ਬਣਦਾ, ਉਹਦੇ ਵਿੱਚ ਸਪੈਸ਼ਲ ਰਾਈਟ ਦਿੱਤੇ ਗਏ ਨੇ। ਘੱਟ ਗਿਣਤੀਆਂ ਦੇ ਰਾਈਟ ਨੇ, ਭਾਸ਼ਾ ਦੇ ਰਾਈਟ ਨੇ, ਕਲਚਰ ਦੇ ਰਾਈਟ ਨੇ। ਉਹਨਾਂ ਦੀ ਰਾਖੀ ਕਰਨ ਲਈ UN ਨੇ ਬਾਰ-ਬਾਰ ਕਨਵੈਨਸ਼ਨਾਂ ਕੀਤੀਆਂ ਨੇ ਅਤੇ ਅਸੀਂ ਭਾਰਤ ਉਹਦਾ ਸਿਗਨੇਟਰੀ ਹੈ। ਭਾਰਤ ਦੇ ਸੰਵਿਧਾਨ ਦੇ ਆਰਟੀਕਲ 1 ਵਿੱਚ ਸਾਫ਼ ਲਿਖਿਆ ਹੋਇਆ ਵੀ ਇਹ ਯੂਨੀਅਨ ਆ ਸਟੇਟਸ ਦੀ, ਅਤੇ ਇਸ ਕਰਕੇ ਇਹ 'ਚ 8 ਸ਼ਡਿਊਲ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਮਿਲੀ ਵੀ ਹੈ। ਸਮੇਂ ਦੇ ਨਾਲ ਇਹ ਭਾਸ਼ਾਵਾਂ ਦਾ ਵਿਕਾਸ ਹੋਣਾ ਚਾਹੀਦਾ ਸੀ। ਅੱਜ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬੈਠੇ ਹਾਂ, ਇਹਦੇ 60 ਸਾਲ ਦੀ ਜਿਹੜੀ ਹੋ ਚੁੱਕੀ ਹੈ ਅਤੇ ਇਹਦੀ ਸਥਾਪਨਾ ਦਿਵਸ ਮਨਾ ਕੇ ਹਟੇ ਹਾਂ 2 ਦਿਨ ਪਹਿਲਾਂ। ਅਤੇ ਭਾਸ਼ਾ ਨੂੰ ਲੈ ਕੇ ਸਾਡੇ ਵਿੱਚ ਸੰਵੇਦਨਸ਼ੀਲਤਾ ਦੀ ਬਹੁਤ ਘਾਟ ਹੈ। ਇਹ ਯੂਨੀਵਰਸਿਟੀ ਵੀ ਸਾਡੀ ਸੰਕਟ ਦੇ ਵਿੱਚ ਹੈ। ਭਾਸ਼ਾ ਦੇ ਉੱਤੇ ਪੂਰਾ ਯੂਰਪ ਖੜਾ, ਪੂਰੇ ਯੂਰਪ ਨੂੰ ਭਾਸ਼ਾ ਦੇ ਆਧਾਰ 'ਤੇ ਤੁਸੀਂ ਦੇਖੋਗੇ ਉਹਨੇ ਡਿਵੈਲਪਮੈਂਟ ਜਿੰਨੀ ਕੀਤੀ ਹੈ ਭਾਸ਼ਾ ਦੇ ਆਧਾਰ 'ਤੇ ਕੀਤੀ ਹੈ। ਚੀਨ ਦੀ, ਜਾਪਾਨ ਦੀ, ਜਿੰਨੀਆਂ ਉਦਾਹਰਨਾਂ ਦੇਖੋਗੇ, ਚਾਹੇ ਤੁਸੀਂ ਭਾਰਤ ਦੇ ਵਿੱਚ ਵੀ ਦੇਖੋ, ਦੱਖਣੀ ਭਾਰਤ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਹੈਲਥ ਦੇ ਵਿੱਚ, ਅਤੇ ਕੇਰਲਾ ਦੇਖ ਲਓ, ਮਲਿਆਲਮ ਹੈ, ਤਾਮਿਲ ਲੈਂਗੁਏਜ ਹੈ। ਮਤਲਬ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਲੋਕਾਂ ਨੇ ਪੂਰਾ ਆਪਣਾ ਸਿਲੇਬਸ, ਪੂਰਾ ਯੂਨੀਵਰਸਿਟੀਆਂ ਡਿਵੈਲਪ ਹੋ ਚੁੱਕੀਆਂ ਨੇ, ਸਾਰਾ ਕੰਮ ਹੋ ਰਿਹਾ ਹੈਗਾ। ਅਤੇ ਸਾਨੂੰ ਮਾਣ ਹੋਣਾ ਚਾਹੀਦਾ ਵੀ ਅਸੀਂ, ਸਾਡੀ ਪੰਜਾਬੀ ਭਾਸ਼ਾ ਦੇ ਉੱਤੇ ਯੂਨੀਵਰਸਿਟੀ ਬਣੀ ਹੋਈ ਹੈ। ਮੇਰਾ ਦਾਗਿਸਤਾਨ ਨਾਂ ਦਾ ਇੱਕ ਨਾਵਲ ਹੈ, ਉਹ ਪੜ੍ਹਨਾ ਚਾਹੀਦਾ। ਜਿਹੜਾ ਫਰੂਸੀ ਨਾਵਲ ਹੈ, ਕਾਫੀ ਮਸ਼ਹੂਰ ਹੈ, ਅਤੇ ਉਹ ਨਾਵਲ ਦੇ ਵਿੱਚ ਸਾਫ਼ ਲਿਖਿਆ ਹੋਇਆ ਵੀ ਜੇ ਕਿਸੇ ਨੂੰ ਕਹਿਣਾ ਹੋਵੇ ਵੀ ਸਭ ਤੋਂ ਵੱਡੀ ਸਜ਼ਾ ਦੇਣੀ ਹੈ ਤਾਂ ਉਹਨੂੰ ਕਿਹਾ ਜਾਂਦਾ ਵੀ ਤੂੰ ਆਪਦੀ ਮਾਂ ਬੋਲੀ ਬੋਲੇ। ਅਤੇ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਭਾਸ਼ਾ, ਪੂਰੇ ਦੁਨੀਆ ਦੇ ਵਿੱਚ ਸਾਡੀ ਬਹੁਤ ਵੱਡੀ ਆਬਾਦੀ ਹੈ ਪੰਜਾਬੀਆਂ ਦੀ, ਲਗਭਗ 14 ਕਰੋੜ ਦੇ ਲੋਕ ਲਗਭਗ ਹੈਗੇ ਹਾਂ ਅਸੀਂ। ਅਤੇ ਸਾਨੂੰ ਗਵਾਰ ਭਾਸ਼ਾ ਕਿਹੜਾ, ਜਿਹੜੇ ਸੋਚਦੇ ਨੇ, ਮੈਨੂੰ ਲੱਗਦਾ ਅਸੀਂ ਜੇ ਦੇਖੀਏ ਕੈਨੇਡਾ ਦੇ ਵਿੱਚ ਵੀ ਅਸੀਂ ਦੂਜੀ ਤੀਜੀ ਭਾਸ਼ਾ ਬਣਨ ਜਾ ਰਹੇ ਹਾਂ। ਇਹ UNO ਦਾ ਸਾਫ਼ ਸਪਸ਼ਟ ਸਟੱਡੀ ਹੈ, ਉਹਨਾਂ ਵੱਲੋਂ ਆ ਚੁੱਕੀ ਹੈ। ਇਹ ਇੰਗਲੈਂਡ ਨੇ ਵੀ ਕਰਾ ਕੇ ਦੇਖਿਆ ਹੈਗਾ। ਉਹਨਾਂ ਨੇ ਫਰਾਂਸਿਸ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ ਵਾਪਸ ਲੈਣਾ ਪਿਆ, ਉਹਨਾਂ ਦੀ ਲੋਕਲ ਲੈਂਗੁਏਜ 'ਚ ਆਉਣਾ ਪਿਆ। ਠੀਕ ਹੈ, ਚਾਹੇ ਆਇਰਿਸ਼ ਲੈਂਗੁਏਜ ਹੈ, ਚਾਹੇ ਇੰਗਲਿਸ਼ ਲੈਂਗੁਏਜ ਹੈ, ਜਾਂ ਸਾਡੇ ਪੰਜਾਬੀ 'ਚ ਵੀ ਤੁਸੀਂ ਦੇਖ ਲਓ, ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਸਰਕਾਰੀ ਸਕੂਲਾਂ ਜਾ ਕੇ ਪੜ੍ਹ ਰਹੇ ਨੇ, ਅਤੇ ਜਿੰਨੀ ਵਧੀਆ ਪੰਜਾਬੀ ਲਿਖਦੇ ਨੇ, ਪੜ੍ਹਦੇ ਨੇ, ਉਹ ਮਤਲਬ ਕਮਾਲ ਦੀ ਪੰਜਾਬੀ ਹੈ। ਚਾਹੇ ਸਿੱਖ ਜਿਹੜੇ ਰਾਜ ਦੀ ਗੱਲ ਕਰਦੇ ਆ, ਅਸਲ 'ਚ ਉਹ ਪੰਜਾਬੀ ਰਾਜ ਸੀਗਾ, ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਾ ਰਾਜ ਹੈ, ਉਹ ਪੰਜਾਬੀ ਭਾਸ਼ਾ ਦੇ ਵਿਕਸਿਤ ਹੋਣ ਦਾ ਰਾਜ ਹੈ। ਉਹਨਾਂ ਦੀ ਜਿਹੜੀ ਪ੍ਰਸ਼ਾਸਨਿਕ ਸਮਰੱਥਾ ਸੀਗੀ, ਉਹ ਪੰਜਾਬੀ ਭਾਸ਼ਾ ਸੀਗੀ, ਉਹਦੇ ਨਾਲ ਉਹ ਲੋਕਾਂ ਨਾਲ ਜੁੜ ਗਈ ਸੀਗੀ। ਅੱਜ ਤੋਂ ਕਰੀਬਨ 2-3 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਿਆਨ ਆਉਂਦਾ ਹੈ ਕਿ ਨਿਆਂਪਾਲਿਕਾ 'ਚ, ਜੁਡੀਸ਼ਰੀ 'ਚ ਜੋ ਭਾਸ਼ਾ ਦਾ ਇਸਤੇਮਾਲ ਹੁੰਦਾ ਹੈ, ਅੰਗਰੇਜ਼ੀ ਨੂੰ ਛੱਡ ਕੇ ਉੱਥੋਂ ਦੀ ਲੋਕਲ ਲੈਂਗੁਏਜ ਦਾ ਯੂਜ਼ ਹੋਣਾ ਚਾਹੀਦਾ ਹੈ। ਇਹ ਕਿਹਾ ਜਾਂਦਾ ਹੈ। ਇਸ ਸਾਰੇ ਮੁੱਦੇ ਉੱਤੇ ਚਰਚਾ ਕਰਨ ਨੂੰ ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜੀਵ ਲੋੜਵੱਦੀ। ਆਓ ਗੱਲਬਾਤ ਕਰਦੇ ਹਾਂ ਕਿ ਆਮ ਲੋਕਾਂ ਨੂੰ ਇਹਦੇ ਬਾਰੇ ਕਿੰਨੀਆਂ ਕੁ ਦਿੱਕਤਾਂ ਆਉਂਦੀਆਂ ਜਦੋਂ ਉਹ ਆਪਣੀ ਦੂਸਰੀ ਭਾਸ਼ਾ 'ਚ ਆਪਣੇ ਬਿਆਨ ਦਿੰਦੇ ਨੇ। ਆਓ ਗੱਲਬਾਤ ਕਰਦੇ। ਪਹਿਲਾਂ ਸਵਾਗਤ ਕਰਦੇ ਹਾਂ ਸਰ। ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਸਰ, ਗੱਲ ਕਰੀਏ ਕਿ ਜੋ ਬਿਆਨ ਆਇਆ, ਜਾਂ ਲੋਕਾਂ ਨੂੰ ਆਮ ਵੀ ਪਹਿਲਾਂ ਵੀ ਦਿੱਕਤ ਆਉਂਦੀ ਸੀ ਕਿ ਜੋ ਜੁਡੀਸ਼ਰੀ ਵਿੱਚ ਜੋ ਲੈਂਗੁਏਜ ਹੈ, ਮਤਲਬ ਕਿ ਉਹ ਲੋਕਲ ਲੈਂਗੁਏਜ ਹੋਣੀ ਚਾਹੀਦੀ ਹੈ, ਤੁਹਾਨੂੰ ਲੱਗਦਾ ਕਿ ਹੋਣੀ ਚਾਹੀਦੀ ਇਹਦੇ ਵਿੱਚ? ਬਿਲਕੁਲ ਜੀ। ਜਿਹੜੀ ਲੋਕਾਂ ਦੀ ਮਾਤ ਭਾਸ਼ਾ ਗਈ, ਖਾਸ ਤੌਰ 'ਤੇ ਜਿਹੜੀਆਂ ਨਿਚਲੀਆਂ ਅਦਾਲਤਾਂ ਨੇ, ਉਹਦੇ ਵਿੱਚ ਸਿੱਧੇ ਰੂਪ ਦੇ ਵਿੱਚ ਲੋਕ ਸਿੱਧਾ ਜਾ ਕੇ ਸੰਪਰਕ ਕਰਦੇ ਆ ਅਦਾਲਤ ਦੇ ਨਾਲ ਵੀ, ਜਾਂ ਜਿਨ੍ਹਾਂ ਨਾਲ ਕੋਈ ਕ੍ਰਾਈਮ ਵਾਪਰਦਾ, ਕੋਈ ਉੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਉਹ ਸਿੱਧਾ ਪੁਲਿਸ ਨਾਲ ਜਾ ਕੇ ਮੁਖਾਤਬ ਹੁੰਦੇ ਨੇ। ਜਦੋਂ ਪੁਲਿਸ ਕੋਲ ਜਾਂਦੇ ਨੇ ਤਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਇਹ ਰੂਲ ਹੈ, CRPC ਦੇ ਵਿੱਚ ਜਿਹੜੀ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਵੀ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ FIR ਦਰਜ ਹੋਏਗੀ, ਅਤੇ ਉਹਨਾਂ ਨੂੰ ਕਾਪੀ ਜਿਹੜੀ ਹੈ ਕੰਪਲੇਨੈਂਟ ਨੂੰ, ਜਿਹੜਾ ਮਦਈ ਹੈ,
ਉਹਨੂੰ ਜਿਹੜੀ ਪੀੜਤ ਨੂੰ ਉਹ ਕਾਪੀ ਜਿਹੜੀ ਫ੍ਰੀ ਆਫ ਕਾਸਟ ਦਿੱਤੀ ਜਾਊਗੀ। ਅਤੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਹੀ, ਜੋ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ, ਬਾਕੀ ਜਿਹੜੇ ਦੇਸ਼ ਦੇ ਵਿੱਚ ਅੱਡ ਅੱਡ ਜਿਹੜੀਆਂ ਭਾਸ਼ਾਵਾਂ ਨੂੰ ਮਾਨਤਾ ਹੈਗੀ, 22 ਭਾਸ਼ਾਵਾਂ ਨੇ ਕੁੱਲ, ਜਿਹਨੂੰ 8ਵੇਂ ਸ਼ਡਿਊਲ ਦੇ ਵਿੱਚ ਮਾਨਤਾ ਹੈਗੀ, ਉਹ ਭਾਸ਼ਾ ਦੇ ਵਿੱਚ ਉਹਨਾਂ ਨੂੰ ਉਹ ਕਾਪੀ ਮਿਲਦੀ ਹੈ। ਤਾਂ ਸਰ ਜਿਵੇਂ ਮੋਸਟਲੀ ਦੇਖਿਆ ਜਾਂਦਾ ਹੈ ਕਿ ਜੁਡੀਸ਼ਰੀ ਦੀ ਜੋ ਭਾਸ਼ਾ ਹੈ ਉਹ ਇੰਗਲਿਸ਼ ਹੁੰਦੀ ਹੈ। ਜਦੋਂ ਆਪਾਂ ਜਾਣਦੇ ਹਾਂ ਕਿ ਇੰਗਲਿਸ਼ 'ਚ ਟਾਈਪਿੰਗ ਕਰਾਈ ਜਾਂਦੀ ਹੈ, ਉਸ ਤੋਂ ਬਾਅਦ ਜੋ ਇੰਗਲਿਸ਼ 'ਚ ਅੱਗੇ ਬਿਆਨ ਆਉਂਦਾ ਹੈ। ਪਰ ਜਦੋਂ ਬਿਆਨ ਤੇ ਉਸ ਤੋਂ ਬਾਅਦ ਕੁਛ ਲਿਖਿਆ ਕੁਛ ਹੋਰ ਜਾਂਦਾ ਹੈ, ਬੋਲਦਾ ਕੁਛ ਹੋਰ ਹੈ, ਲਿਖਿਆ ਕੁਛ ਹੋ ਜਾਂਦਾ, ਸਮਝ ਕੁਛ ਹੋਰ ਹੁੰਦਾ ਹੈ। ਐਵੇਂ ਦੇ ਵਾਕਿਆ ਵਾਪਰਦੇ ਨੇ ਤੁਹਾਡੇ ਨਾਲ? ਇਹ ਅਕਸਰ ਵਾਪਰਦੇ ਨੇ ਇਹ ਗੱਲਾਂ, ਇਹ ਕੋਈ ਨਵੀਂ ਗੱਲ ਨਹੀਂ ਹੈ। ਜਿਹੜਾ ਸਾਡਾ ਖਾਸ ਤੌਰ 'ਤੇ ਜਿਹੜੇ ਕ੍ਰਿਮੀਨਲ ਕੇਸ ਨੇ, ਜਿਨ੍ਹਾਂ ਨੂੰ ਫੌਜਦਾਰੀ ਦਾਅਵੇ ਕਿਹਾ ਜਾਂਦਾ, ਫੌਜਦਾਰੀ ਕੇਸ ਕਿਹਾ ਜਾਂਦਾ, ਅਤੇ ਚਾਹੇ ਉਹ ਦੀਵਾਨੀ ਦਾਵਾ, ਚਾਹੇ ਸਿਵਲ ਜਿਹਨੂੰ ਕਹਿੰਦੇ ਆ, ਉਹਨਾਂ ਕੇਸਾਂ ਦੇ ਵਿੱਚ ਇਹ ਸਾਰੀ ਸ਼ਬਦਾਂ ਦੀ ਹੀ ਜਾਦੂਗਰੀ ਹੁੰਦੀ ਹੈ। ਸ਼ਬਦਾਂ ਦੇ ਸਿਰ 'ਤੇ ਹੀ ਜਿਹੜਾ ਸਾਰਾ ਨਿਆਂ ਪ੍ਰਕਿਰਿਆ ਚੱਲਦੀ ਹੈ। ਜਿਹੜਾ ਮੁਦਈ ਹੈ ਜਾਂ ਜਿਹੜੀ ਦੋਸ਼ੀ ਧਿਰ ਹੈ, ਜੋ ਵੀ, ਉਹ ਜਦੋਂ ਆਪਦੇ ਬਿਆਨ ਦਿੰਦੇ ਆ, ਉਹਨਾਂ ਦੇ ਬਿਆਨ ਕਲਮਬੱਧ ਹੁੰਦੇ ਆ। ਪਹਿਲਾਂ ਪੁਲਿਸ ਕੋਲ ਕ੍ਰਾਈਮ ਕੇਸ ਦੇ ਵਿੱਚ ਜਿਹੜਾ ਹੁੰਦਾ, ਪਹਿਲਾਂ ਪੁਲਿਸ ਕੋਲ ਸਾਰੇ ਬਿਆਨ ਹੁੰਦੇ ਨੇ, ਤਾਂ ਉਹ ਜਿਹੜੀ ਪ੍ਰੋਸੀਕਿਊਸ਼ਨ ਹੁੰਦਾ, ਜਿਹਨੂੰ ਕਹਿੰਦੇ ਵੀ ਮੁਦਈ ਪੱਖ, ਉਹ ਜਿਹੜਾ ਸਾਰਾ ਦਾ ਸਾਰਾ ਪੰਜਾਬੀ ਦੇ ਵਿੱਚ ਹੁੰਦਾ। ਅਤੇ ਪੂਰਾ ਦਾ ਪੂਰਾ ਜਿਹੜਾ ਚਲਾਨ ਹੈ ਪੁਲਿਸ ਦਾ, ਉਹ 173 CRPC ਦੇ ਵਿੱਚ ਉਹ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ, ਪੰਜਾਬੀ ਦੇ ਵਿੱਚ ਹੀ ਜਿੰਨੇ ਡਾਕੂਮੈਂਟ ਨੇ ਜੀ, ਚਾਹੇ ਇੰਗਲਿਸ਼ 'ਚ ਹੋਣ ਜਾਂ ਹੋਰ ਭਾਸ਼ਾਵਾਂ 'ਚ ਹੋਣ, ਉਹਨਾਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਹੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ। ਅਤੇ ਉਸ ਤੋਂ ਬਾਅਦ ਜਦੋਂ ਪ੍ਰੋਸੈਸ ਕੋਰਟ ਦੇ ਅੰਦਰ ਚੱਲਦਾ, ਉਦੋਂ ਜਿਹੜੇ ਸਾਡੇ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਹੈ, ਜਿਹਨੂੰ ਸਰਕਾਰੀ ਵਕੀਲ ਕਿਹਾ ਜਾਂਦਾ, ਜਿਨ੍ਹਾਂ ਨੂੰ ਪੀੜਤ ਦੇ ਵਕੀਲ ਕਿਹਾ ਜਾਂਦਾ, ਉਹ ਆਪਣੀ ਸੁਵਿਧਾ ਲਈ ਅਤੇ ਅਦਾਲਤਾਂ ਆਪਣੀ ਸੁਵਿਧਾ ਲਈ, ਜਿਹੜੀ ਅੱਜ ਕੱਲ੍ਹ ਆਧੁਨਿਕੀਕਰਨ ਹੋ ਚੁੱਕਿਆ, ਜਿੰਨਾ ਉਹ ਕੰਪਿਊਟਰਾਈਜੇਸ਼ਨ ਹੋ ਚੁੱਕਿਆ, ਕੁਛ ਹਿੱਸਾ, ਸਾਰਾ ਨਹੀਂ ਹੈ ਵੀ ਸਾਰੇ ਹੀ, ਜਦੋਂ ਅਸੀਂ ਪੰਜਾਬੀ 'ਚ ਲਿਖਣਾ ਚਾਹੀਏ ਤਾਂ ਅਸੀਂ ਪੰਜਾਬੀ 'ਚ ਵੀ ਲਿਖਾਉਣੇ ਆ, ਬਿਆਨ ਬਾਕਾਇਦਾ ਪੰਜਾਬੀ 'ਚ ਹੁੰਦੇ ਲੋਕਾਂ ਦੇ, ਅਤੇ ਉਹਨਾਂ ਦੀ ਭਾਸ਼ਾ ਦੇ ਮੁਤਾਬਕ ਅਸੀਂ ਜਦੋਂ ਜਿਨ੍ਹਾਂ ਨੇ ਪ੍ਰਾਈਵੇਟ ਆਪਦਾ ਵਕੀਲ ਕੀਤਾ ਹੁੰਦਾ, ਉਹ ਆ ਕੇ ਆਪਣੀ ਗੱਲ ਕਹਿੰਦੇ ਵੀ ਮੈਂ ਆਪਦੀ ਪੰਜਾਬੀ ਭਾਸ਼ਾ 'ਚ ਬਿਆਨ ਲਿਖਾਉਣਾ ਚਾਹੁੰਦਾ, ਤਾਂ ਅਸੀਂ ਕੋਲ ਖੜ੍ਹ ਕੇ ਪ੍ਰਾਈਵੇਟ ਵਕੀਲ ਪੰਜਾਬੀ ਭਾਸ਼ਾ 'ਚ ਉਹਨਾਂ ਦੀ ਸੁਵਿਧਾ ਦੇ ਮੁਤਾਬਕ ਅਸੀਂ ਸਾਰੇ ਕੇਸ ਪਾਉਣੇ ਆਂਗੇ। ਅਤੇ ਬਟ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਹੈ, ਇਹਦੇ ਪਾਰਟ 'ਤੇ ਬਹੁਤ, ਜਿਹੜੀ ਸਰਕਾਰ ਦਾ ਵਿਭਾਗ ਹੈ, ਇਹਦੇ ਪਾਰਟ 'ਤੇ ਇਹ ਵੱਡਾ ਨੁਕਸ ਹੈਗਾ ਵੀ ਛੋਟੀਆਂ ਨਿਚਲੀਆਂ ਅਦਾਲਤਾਂ ਦੇ ਵਿੱਚ ਉਹ ਜਿਹੜੇ ਮੁਦਈ ਨੇ, ਜਿਹੜੇ ਪੀੜਤ ਹੁੰਦੇ ਆ, ਅਤੇ ਉਹ ਧਿਰ ਦੇ ਬਿਆਨ ਜਿਹੜੇ ਹੈ ਉਹ ਆਪ, ਉਹਨਾਂ ਦੀ ਪੁਲਿਸ ਫਾਈਲ ਤਾਂ ਪੰਜਾਬੀ ਦੇ ਵਿੱਚ ਹੁੰਦੀ ਹੈ, ਅਤੇ ਉਹ ਅਦਾਲਤ ਦੇ ਵਿੱਚ ਉਹਨਾਂ ਦੇ ਬਿਆਨ ਇੰਗਲਿਸ਼ ਦੇ ਵਿੱਚ ਲਿਖਾਉਂਦੇ ਆ। ਉਸ ਤੋਂ ਬਾਅਦ ਫਿਰ ਜਿਹੜਾ ਡਿਫੈਂਸ ਪੱਖ ਹੁੰਦਾ, ਜਿਹਨੇ ਆਪਣਾ ਬਚਾਅ ਪੱਖ ਜਿਹਨੂੰ ਕਹਿੰਦੇ ਆ, ਤਾਂ ਉਹ ਵੀ ਆਪਣੀ ਜਿਹੜੇ ਉਹ ਸ਼ਬਦਾਂ ਨੂੰ ਹੇਰ ਫੇਰ ਨੂੰ, ਜੋ ਵੀ ਉਹਨੇ ਆਪਣੇ ਤਰੀਕੇ ਦੇ ਵਿੱਚ ਆਪਣੀ ਗੱਲ ਕਰਨੀ ਹੁੰਦੀ ਹੈ, ਉਹ ਸ਼ਬਦਾਂ ਨੂੰ ਜਿਹੜਾ ਹੈ ਤੋੜ ਮਰੋੜ ਕੇ ਆਪਣੇ ਹਿਸਾਬ ਨਾਲ ਲਿਖਦਾ ਗਾ। ਅਤੇ ਇਸ ਤਰ੍ਹਾਂ ਉਹ ਜਿਹੜਾ ਪੀੜਤ ਹੈ, ਉਹ ਦੋਸ਼ੀ ਨੂੰ ਸਜ਼ਾ ਦਿਵਾਉਣ ਦੇ ਬਜਾਏ ਖੁਦ ਹੀ ਜਿਹੜਾ ਕਟਹਿਰੇ ਦੇ ਵਿੱਚ ਖੜ੍ਹਦਾ, ਜਦੋਂ ਉਹ ਖੁਦ ਹੀ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਫੀਲਿੰਗ ਦੇ ਵਿੱਚ ਰਹਿ ਜਾਂਦਾ ਵੀ ਮੈਂ ਹੀ ਕਿਤੇ ਦੋਸ਼ੀ ਹਾਂ, ਕਿਉਂਕਿ ਉਹਨੂੰ ਗੱਲ ਹੀ ਨਹੀਂ ਸਮਝ ਆਉਂਦੀ, ਕਿਉਂਕਿ ਆਇਆ ਤਾਂ ਉਹ ਇਨਸਾਫ ਲੈਣ ਲਈ ਹੈ। ਜਦੋਂ ਉਹਦੀ ਭਾਸ਼ਾ 'ਚ ਹੀ ਨਹੀਂ ਗੱਲ ਲਿਖੀ ਜਾ ਰਹੀ, ਉਹ ਬੋਲਦਾ ਤਾਂ ਪੰਜਾਬੀ ਆ, ਉਹ ਕਿਹੜਾ ਇੰਗਲਿਸ਼ ਬੋਲਦਾ ਜਾਂ ਹੋਰ ਭਾਸ਼ਾ ਬੋਲਦਾ, ਉਹ ਜ਼ਿਆਦਾਤਰ ਪੰਜਾਬੀ ਹੀ ਹੁੰਦੇ ਹਨ। ਅਤੇ ਇਹ ਰੂਲ ਵੀ ਹੈ, ਮਾਤ ਭਾਸ਼ਾ ਕਾਨੂੰਨ ਦੇ ਤਹਿਤ ਵੀ ਰੂਲ ਹੈ ਵੀ ਤੁਸੀਂ ਹਰ ਇੱਕ ਭਾਸ਼ਾ ਦੇ ਵਿੱਚ, ਜਦੋਂ ਅਸੀਂ ਸੈਸ਼ਨ ਟਰਾਇਲ ਦੇ ਵਿੱਚ ਜਾਂਦੇ ਹਾਂ, ਖਾਸ ਤੌਰ 'ਤੇ ਜੇ ਇੰਗਲਿਸ਼ 'ਚ ਵੀ ਕੋਈ ਗੱਲ ਹੋਵੇ ਤਾਂ ਉਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ ਜਾਂਦਾ ਬਕਾਇਦਾ, ਉਹਨਾਂ ਦੇ ਸਾਈਨ ਕਰਾਏ ਜਾਂਦੇ ਆ ਵੀ ਅਸੀਂ ਪੰਜਾਬੀ ਭਾਸ਼ਾ 'ਚ ਉਹਨੂੰ ਪੜ੍ਹ ਲਿਆ, ਸੁਣ ਲਿਆ, ਲਿਖ ਲਿਆ। ਅਤੇ ਬਟ ਅਸਲ 'ਚ ਪ੍ਰੈਕਟੀਕਲ ਵਰਕ ਹੈ ਜਿਹੜਾ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਵੱਲੋਂ ਖਾਸ ਤੌਰ 'ਤੇ ਉਹ ਇੰਗਲਿਸ਼ ਦੇ ਵਿੱਚ ਕੀਤਾ ਜਾਂਦਾ ਹੈ। ਸਰ ਐਵੇਂ ਦੀ ਕੋਈ ਘਟਨਾ ਵੀ ਹੋਈਆਂ ਕਿ ਜਿਹੜਾ ਬੰਦਾ ਉਹਨੇ ਆਪਣਾ ਬਿਆਨ ਕੁਛ ਹੋਰ ਦਿੱਤਾ ਹੈ, ਅੱਗੇ ਜਾ ਕੇ ਕੁਛ ਹੋਰ ਬਣ ਗਿਆ ਅਤੇ ਨਿੱਕੇ ਨਿੱਕੇ ਕੁਛ ਹੋਰ ਆਇਆ, ਐਵੇਂ ਦਾ ਕੋਈ ਹੋਇਆ ਵਾਕਿਆ? ਇਹ ਰੋਜ਼ ਹੀ ਵਾਪਰਦੇ ਨੇ। ਇਹ ਹੁਣ ਇੱਕ ਉਦਾਹਰਨ ਤਾਂ ਕਹਿ ਨਹੀਂ ਸਕਦੇ, ਕਿਉਂਕਿ ਪਾਰਟੀਆਂ ਦੇ ਆਪਣੇ ਡੈਕੋਰਮ ਨੇ, ਅਸੀਂ ਉਹਨਾਂ ਦਾ ਨਾਮ ਵਗੈਰਾ ਡਿਸਕਲੋਜ਼ ਨਹੀਂ ਕਰ ਸਕਦੇ, ਪਰ ਇਹੋ ਜਿਹੀਆਂ ਰੋਜ਼ ਘਟਨਾਵਾਂ ਆਉਂਦੀਆਂ ਨੇ, ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ। ਨਿਆਂ ਅਤੇ ਅਨਿਆਂ ਦੇ ਵਿੱਚ ਆੜੇ ਦਾ ਹੀ ਫਰਕ ਹੁੰਦਾ, ਅਤੇ ਇਹ ਸ਼ਬਦ ਹੀ ਜਿਹੜੇ ਹੈਗੇ ਨੇ, ਇੱਦਾਂ ਹੀ ਉਹ ਇੱਕ ਸ਼ਬਦ ਨਾਲ ਹੀ ਸਾਰੀ ਕਹਾਣੀ ਇੱਧਰ ਦੀ ਉੱਧਰ ਹੋ ਜਾਂਦੀ ਹੈ। ਇਹ ਰੋਜ਼ ਹੀ ਹੁੰਦਾ ਹੈ, ਕੋਈ ਨਵੀਂ ਗੱਲ ਨਹੀਂ ਹੈ। ਸਰ ਮਤਲਬ ਕਿ ਇਹ ਸਭ ਕਰਮ ਜੇ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਫਾਇਦਾ ਪਹੁੰਚੇਗਾ ਇਹਦੇ ਨਾਲ? ਜੇ ਗੱਲ ਕਰੀਏ ਕਿ ਅਗਰ ਲੋਕਲ ਜਿਹੜੀ ਆ ਕੋਰਟ, ਉਹਦੇ ਵਿੱਚ ਇਹ ਸਾਰਾ ਕੁਛ ਹੋ ਜਾਏ ਤਾਂ ਇਹਦੇ ਨਾਲ ਫਰਕ ਪਏਗਾ? ਪੂਰਾ ਫਰਕ ਪਏਗਾ ਜੀ। ਜੇ ਤੁਸੀਂ ਹੁਣ ਆਪਾਂ ਜਦੋਂ ਇਹਦੇ ਵਿਗਿਆਨਕ ਪੱਖ 'ਤੇ ਜਾਈਏ, ਸਮਾਜ ਦੇ ਵਿੱਚ UNO ਦੀ ਸਟੱਡੀ ਹੈ ਵੀ ਮਾਤ ਭਾਸ਼ਾ ਦੇ ਵਿੱਚ ਜਿਹੜੀ ਪੜ੍ਹਾਈ ਹੋਣੀ ਚਾਹੀਦੀ ਹੈ, ਮਾਤ ਭਾਸ਼ਾ ਜਿਹੜੀਆਂ ਤੁਹਾਡੀਆਂ ਪਹਿਲੇ ਜਿਹੜੇ ਸਾਰੇ ਕਾਰਜ ਨੇ, ਬੱਚੇ ਨੂੰ ਜਿਹੜਾ ਗਿਆਨ ਦੇਣਾ ਚਾਹੀਦਾ। ਜਦੋਂ ਭਾਰਤ ਦਾ ਸੰਵਿਧਾਨ ਵੀ ਬਣਦਾ ਗਾ ਤਾਂ 1948 ਦੇ ਵਿੱਚ ਜਦੋਂ UN ਕਨਵੈਨਸ਼ਨ ਫਾਰ ਹਿਊਮਨ ਰਾਈਟਸ, ਮਤਲਬ ਮਨੁੱਖੀ ਹੱਕਾਂ ਦਾ ਜਿਹਨੂੰ ਚਾਰਟਰ ਕਹਿੰਦੇ ਆ, ਉਹ ਬਣਦਾ, ਉਹਦੇ ਵਿੱਚ ਸਪੈਸ਼ਲ ਰਾਈਟ ਦਿੱਤੇ ਗਏ ਨੇ।
ਘੱਟ ਗਿਣਤੀਆਂ ਦੇ ਰਾਈਟ ਨੇ, ਭਾਸ਼ਾ ਦੇ ਰਾਈਟ ਨੇ, ਕਲਚਰ ਦੇ ਰਾਈਟ ਨੇ, ਉਹਨਾਂ ਦੀ ਰਾਖੀ ਕਰਨ ਲਈ UN ਨੇ ਬਾਰ-ਬਾਰ ਕਨਵੈਨਸ਼ਨਾਂ ਕੀਤੀਆਂ ਨੇ, ਅਤੇ ਅਸੀਂ ਭਾਰਤ ਉਹਦਾ ਸਿਗਨੇਟਰੀ ਹੈ। ਇਹ ਕੋਈ ਵੱਖਰੀ ਗੱਲ ਨਹੀਂ ਹੈ। ਫਿਰ ਤੁਹਾਨੂੰ ਇੱਕ ਮਹੱਤਵਪੂਰਨ ਹੋਰ ਗੱਲ ਦੱਸਣਾ ਚਾਹੁੰਦਾ ਵੀ ਭਾਰਤ ਦਾ ਜੋ ਸੰਵਿਧਾਨ ਹੈ ਉਹਦਾ ਆਰਟੀਕਲ 1 ਜਿਹਨੂੰ ਅਨੁਛੇਦ 1 ਕਹਿੰਦੇ ਆ, ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਭਾਰਤ ਜਿਹੜਾ ਹੈ ਯੂਨੀਅਨ ਹੈ ਸਟੇਟਾਂ ਦੀ। ਇਹਨੂੰ ਹੁਣ ਜੇ ਕੋਈ ਇੱਕ ਰੰਗ 'ਚ ਰੰਗਣਾ ਚਾਹੇ, ਇੱਕ ਭਾਸ਼ਾ 'ਚ ਰੰਗਣਾ ਚਾਹੇ, ਇਹ ਨਹੀਂ ਹੋ ਸਕਦਾ। ਭਾਰਤ ਦੇ ਸੰਵਿਧਾਨ ਦੇ ਆਰਟੀਕਲ 1 ਵਿੱਚ ਸਾਫ਼ ਲਿਖਿਆ ਹੋਇਆ ਵੀ ਇਹ ਯੂਨੀਅਨ ਆ ਸਟੇਟਸ ਦੀ, ਅਤੇ ਇਸ ਕਰਕੇ ਇਹ 'ਚ 8 ਸ਼ਡਿਊਲ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਮਿਲੀ ਵੀ ਹੈ। ਸਮੇਂ ਦੇ ਨਾਲ ਇਹ ਭਾਸ਼ਾਵਾਂ ਦਾ ਵਿਕਾਸ ਹੋਣਾ ਚਾਹੀਦਾ ਸੀ। ਅੱਜ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬੈਠੇ ਹਾਂ, ਇਹਦੇ 60 ਸਾਲ ਦੀ ਜਿਹੜੀ ਹੋ ਚੁੱਕੀ ਹੈ, ਅਤੇ ਇਹਦੀ ਸਥਾਪਨਾ ਦਿਵਸ ਵੀ ਮਨਾ ਕੇ ਹਟੇ ਹਾਂ 2 ਦਿਨ ਪਹਿਲਾਂ। ਅਤੇ ਭਾਸ਼ਾ ਨੂੰ ਲੈ ਕੇ ਸਾਡੇ ਵਿੱਚ ਸੰਵੇਦਨਸ਼ੀਲਤਾ ਦੀ ਬਹੁਤ ਘਾਟ ਹੈ। ਇਹ ਯੂਨੀਵਰਸਿਟੀ ਵੀ ਸਾਡੀ ਸੰਕਟ ਦੇ ਵਿੱਚ ਹੈ, ਪੂਰਾ ਸਮਾਜ ਸਾਡਾ ਸੰਕਟ ਦੇ ਵਿੱਚ ਹੈ। ਅਤੇ ਅਸੀਂ ਜੇ ਭਾਸ਼ਾ ਨਾਲ ਜੇ ਤੁਸੀਂ ਦੇਖੋ, ਜੋ ਸਾਡੇ ਬੱਚੇ ਅੱਜ ਕਹਿ ਰਹੇ ਵੀ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਮੁੱਦਾ ਵੀ ਉਹ ਵਿਦੇਸ਼ਾਂ ਜਾ ਰਹੇ ਨੇ। ਜਦੋਂ ਵਿਦੇਸ਼ਾਂ ਜਾ ਰਹੇ ਨੇ, ਕੈਨੇਡਾ ਜਾ ਰਹੇ ਨੇ ਜਾਂ ਕਿਤੇ ਹੋਰ ਜਾ ਰਹੇ ਨੇ, ਤਾਂ ਉਹ ਦੇਸ਼ਾਂ ਦੇ ਵਿੱਚ ਜਾਣ ਵੇਲੇ ਸਭ ਤੋਂ ਪਹਿਲਾਂ ਉਹਨਾਂ ਦੀ ਭਾਸ਼ਾ ਦਾ ਟੈਸਟ ਲਿਆ ਜਾਂਦਾ, ਜਿਹਨੂੰ IELTS ਕਹਿੰਦੇ ਆ। ਉਹਨੂੰ ਕੀਤੇ ਬਿਨਾਂ ਉਹ ਕੋਈ ਅੰਦਰ ਨਹੀਂ ਵੜ ਸਕਦਾ ਉਹਨਾਂ ਦੇ ਦੇਸ਼ 'ਚ। ਉਹ ਆਪਣੀ ਭਾਸ਼ਾ ਪ੍ਰਤੀ ਕਿੰਨੇ ਸੰਵੇਦਨਸ਼ੀਲ ਨੇ। ਅਤੇ ਅਸੀਂ ਇੱਥੇ ਜੋ ਕੁਛ ਚੱਲ ਰਿਹਾ, ਕਿੰਨੀ ਮਤਲਬ ਆਪਾਂ ਵੇਸਲਾਪਣ ਹੈ, ਕਿੰਨਾ ਅਸੀਂ ਜਿਹੜੇ ਇਗਨੋਰ ਕਰ ਰਹੇ ਹਾਂ ਗੱਲਾਂ ਨੂੰ, ਕਿੰਨਾ ਅਸੀਂ ਉਹਨਾਂ ਚੀਜ਼ਾਂ ਨੂੰ ਪਿੱਛੇ ਛੱਡ ਰਹੇ ਹਾਂ। ਭਾਸ਼ਾ ਦੇ ਉੱਤੇ ਪੂਰਾ ਯੂਰਪ ਖੜਾ, ਪੂਰੇ ਯੂਰਪ ਨੂੰ ਭਾਸ਼ਾ ਦੇ ਆਧਾਰ 'ਤੇ ਤੁਸੀਂ ਦੇਖੋਗੇ ਉਹਨੇ ਡਿਵੈਲਪਮੈਂਟ ਜਿੰਨੀ ਕੀਤੀ ਹੈ ਭਾਸ਼ਾ ਦੇ ਆਧਾਰ 'ਤੇ ਕੀਤੀ ਹੈ। ਚੀਨ ਦੀ, ਜਾਪਾਨ ਦੀ, ਜਿੰਨੀਆਂ ਉਦਾਹਰਨਾਂ ਦੇਖੋਗੇ, ਚਾਹੇ ਤੁਸੀਂ ਭਾਰਤ ਦੇ ਵਿੱਚ ਵੀ ਦੇਖੋ, ਦੱਖਣੀ ਭਾਰਤ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਹੈਲਥ ਦੇ ਵਿੱਚ, ਅਤੇ ਕੇਰਲਾ ਦੇਖ ਲਓ, ਮਲਿਆਲਮ ਹੈ, ਤਾਮਿਲ ਲੈਂਗੁਏਜ ਹੈ। ਮਤਲਬ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਲੋਕਾਂ ਨੇ ਪੂਰਾ ਆਪਣਾ ਸਿਲੇਬਸ, ਪੂਰਾ ਯੂਨੀਵਰਸਿਟੀਆਂ ਡਿਵੈਲਪ ਹੋ ਚੁੱਕੀਆਂ ਨੇ, ਸਾਰਾ ਕੰਮ ਹੋ ਰਿਹਾ ਗਾ। ਅਤੇ ਸਾਨੂੰ ਮਾਣ ਹੋਣਾ ਚਾਹੀਦਾ ਵੀ ਅਸੀਂ ਸਾਡੀ ਪੰਜਾਬੀ ਭਾਸ਼ਾ ਦੇ ਉੱਤੇ ਯੂਨੀਵਰਸਿਟੀ ਬਣੀ ਵੀ ਹੈ। ਇੱਥੇ ਡਿਪਾਰਟਮੈਂਟ ਨੇ, ਲਾਅ ਡਿਪਾਰਟਮੈਂਟ ਨੇ ਬਹੁਤ ਕਿਤਾਬਾਂ ਨੇ ਜਿਹੜੀਆਂ ਪੰਜਾਬੀ ਦੇ ਵਿੱਚ ਜਿਹੜੀਆਂ ਟਰਾਂਸਲੇਟ ਕੀਤੀਆਂ ਹੋਈਆਂ ਨੇ ਲਾਅ ਦੀਆਂ। ਹੋਰ ਟੈਕਨੀਕਲ ਵੀ ਹੋ ਰਿਹਾ ਕੰਮ, ਅਤੇ ਸਾਡੇ ਵੱਲੋਂ ਵੀ ਕੋਸ਼ਿਸ਼ ਹੈ। ਮੈਂ ਵੀ 2 ਕਿਤਾਬਾਂ ਨੇ ਜਿਹੜੀਆਂ ਪੰਜਾਬੀ ਭਾਸ਼ਾ 'ਚ ਤਿਆਰ ਕੀਤੀਆਂ ਨੇ। ਇੱਕ ਹੈਗੀ ਆ ਉਪਭੋਗਤਾ ਕਾਨੂੰਨ, ਜੋ ਮੈਂ ਨਾਲ ਲੈ ਕੇ ਆਇਆ ਕਾਪੀ ਵੀ, ਅਤੇ ਉਸ ਤੋਂ ਇਲਾਵਾ ਮੈਂ ਜਿਹੜੀ ਆਮ ਲੋਕਾਂ ਦੀ ਭਾਸ਼ਾ ਵਿੱਚ ਕਾਨੂੰਨੀ ਸਲਾਹ ਨਾਂ 'ਤੇ ਇੱਕ ਕਿਤਾਬ ਤਿਆਰ ਕੀਤੀ ਹੈ, ਜਿਹਦੀ ਬਹੁਤ ਵਾਰ ਜਿਹੜੇ ਆਮ ਲੋਕ ਨੇ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਜਾਣਾ, ਉਹਨਾਂ ਨੂੰ ਮੁੱਢਲੀ ਲੋੜ ਕੀ ਹੈ, ਜਾਂ ਉਹਨਾਂ ਨੇ ਕੰਪਲੇਂਟ ਕਰਨ ਜਾਣਾ, ਉਹਨਾਂ ਦੀ ਮੁੱਢਲੀਆਂ ਲੋੜਾਂ ਕੀ ਨੇ, ਉਹ ਸਿੰਪਲ ਭਾਸ਼ਾ 'ਚ, ਬਹੁਤ ਸਾਦੇ ਭਾਸ਼ਾ 'ਚ ਅਸੀਂ ਤਿਆਰ ਕੀਤੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਅਸੀਂ ਜਦੋਂ ਅਦਾਲਤਾਂ ਜਾਣ ਲੱਗੇ ਹਾਂ ਵੀ ਸਾਨੂੰ ਕਿਹੜੇ ਡਾਕੂਮੈਂਟ, ਦਸਤਾਵੇਜ਼ ਨਾਲ ਲੈ ਕੇ ਜਾਣੇ ਚਾਹੀਦੇ ਆ, ਤਾਂ ਕਿ ਉਹਨਾਂ ਦੇ ਗੇੜੇ ਨਾ ਲੱਗਣ, ਤਾਂ ਉਹ ਪਹਿਲਾਂ ਹੀ ਤਿਆਰੀ 'ਚ ਜਾਣ। ਉਸ ਕਿਤਾਬ ਦੇ ਆਉਣ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ 'ਚ ਬਹੁਤ ਫਰਕ ਪਿਆ ਗਾ। ਅਤੇ ਮੈਂ ਇਹ ਚਾਹੁੰਦਾ ਵੀ ਇੱਦਾਂ ਹੀ ਇਹ ਚੱਲੇ ਗੱਲਬਾਤ, ਹੋਰ ਲੋਕ ਵੀ ਭਾਸ਼ਾ ਪ੍ਰਤੀ ਸੰਵੇਦਨ ਹੋ ਕੇ ਸ਼ੀਲ ਹੋ ਕੇ ਮਾਮਲੇ ਨੂੰ ਦੇਖਣ। ਗੱਲ ਕਰੀਏ ਕਿ ਪੰਜਾਬੀ ਭਾਸ਼ਾ ਨੂੰ ਇੱਕ ਗਵਾਰ ਦੀ ਭਾਸ਼ਾ ਬਣਾਈ ਗਈ ਹੈ, ਇਹ ਲੱਗਦਾ ਆਪਣੇ ਸਮਾਜ ਦੀ ਇਹ ਗਲਤੀ ਹੈ ਕਿ ਆਪਾਂ ਘਰ 'ਚ ਬੱਚਾ ਇੰਗਲਿਸ਼ ਬੋਲੇ ਅਤੇ ਆਪਾਂ ਸੋਚਦੇ ਵੀ ਹਾਂ ਵੀ ਇਹ ਬੱਚਾ ਪੜ੍ਹਾ ਲਿਖਿਆ ਬਣੂਗਾ, ਕੁਝ ਵੱਡਾ ਬਣੂਗਾ, ਅਤੇ ਪੰਜਾਬੀ ਬੋਲੇ ਤਾਂ ਕਹਿਣਾ ਵੀ ਤਾਂ ਕੁਛ ਨਹੀਂ ਬਣਨਾ, ਇਹ ਨਹੀਂ ਪੂਰੀ ਰਹਿ ਜਾਣਾ। ਤੁਸੀਂ ਇਹ ਜਿਹੜੇ ਲੋਕ ਸੋਚਦੇ ਨੇ ਉਹਨਾਂ ਨੂੰ ਮੇਰਾ ਦਾਗਿਸਤਾਨ ਨਾਂ ਦਾ ਇੱਕ ਨਾਵਲ ਹੈ ਉਹ ਪੜ੍ਹਨਾ ਚਾਹੀਦਾ। ਜਿਹੜਾ ਫਰੂਸੀ ਨਾਵਲ ਹੈ, ਕਾਫੀ ਮਸ਼ਹੂਰ ਹੈ, ਅਤੇ ਉਹ ਨਾਵਲ ਦੇ ਵਿੱਚ ਸਾਫ਼ ਲਿਖਿਆ ਹੋਇਆ ਵੀ ਜੇ ਕਿਸੇ ਨੂੰ ਕਹਿਣਾ ਹੋਵੇ ਵੀ ਸਭ ਤੋਂ ਵੱਡੀ ਸਜ਼ਾ ਦੇਣੀ ਹੈ ਤਾਂ ਉਹਨੂੰ ਕਿਹਾ ਜਾਂਦਾ ਵੀ ਤੂੰ ਆਪਣੀ ਮਾਂ ਬੋਲੀ ਭੁੱਲ ਜਾ। ਅਤੇ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਭਾਸ਼ਾ, ਪੂਰੇ ਦੁਨੀਆ ਦੇ ਵਿੱਚ ਸਾਡੀ ਬਹੁਤ ਵੱਡੀ ਆਬਾਦੀ ਹੈ ਪੰਜਾਬੀਆਂ ਦੀ, ਲਗਭਗ 14 ਕਰੋੜ ਦੇ ਲੋਕ ਲਗਭਗ ਹੈਗੇ ਹਾਂ ਅਸੀਂ, ਅਤੇ ਸਾਨੂੰ ਗਵਾਰ ਭਾਸ਼ਾ ਕਹਿਣਾ ਜਿਹੜੇ ਸੋਚਦੇ ਨੇ, ਮੈਨੂੰ ਲੱਗਦਾ ਅਸੀਂ ਜੇ ਦੇਖੀਏ ਕੈਨੇਡਾ ਦੇ ਵਿੱਚ ਵੀ ਅਸੀਂ ਦੂਜੀ ਤੀਜੀ ਭਾਸ਼ਾ ਬਣਨ ਜਾ ਰਹੇ ਹਾਂ, ਠੀਕ ਹੈ, ਉੱਥੇ ਸਾਡੇ ਪੰਜਾਬੀਆਂ ਦੀ ਪੂਰੀ ਚੜ੍ਹਤ ਹੈ। ਅਤੇ ਇਹ ਜਿਹੜੇ ਇਹ ਕੰਪਲੈਕਸ ਦਾ ਸ਼ਿਕਾਰ ਨੇ, ਨਹੀਂ ਹੋਣਾ ਚਾਹੀਦਾ, ਠੀਕ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਮੈਂ ਖੁਦ ਵਕੀਲ ਹਾਂ ਅਤੇ ਮੇਰੇ ਬੱਚੇ ਪੰਜਾਬੀ ਸਕੂਲ 'ਚ ਪੜ੍ਹਦੇ ਨੇ, ਮੈਂ ਸਪੈਸ਼ਲ ਲਾਏ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਭਾਸ਼ਾ ਪ੍ਰਤੀ ਇਹ ਇੱਦਾਂ ਦੀ ਸੋਚ ਰੱਖਣੀ ਹੈ, ਉਹ ਆਪਦੇ ਜੜ੍ਹਾਂ ਵੱਢਣ ਵਾਲੀ ਗੱਲ ਹੈ ਜਿਹੜੇ ਲੋਕ ਇੱਦਾਂ ਸੋਚਦੇ ਆ। ਲੋਕਾਂ ਨੂੰ ਮਤਲਬ ਕਿ ਆਮ ਮੌਤ ਲੋਕਾਂ ਨੂੰ ਹੁੰਦਾ ਹੈ ਕਿ ਅਗਰ ਬੱਚਾ ਕੋਈ ਵਧੀਆ ਸਕੂਲੇ ਪੜ੍ਹੇ, ਸਾਡਾ ਬੱਚਾ ਇੰਗਲਿਸ਼ ਬੋਲੇ, ਸਾਰਾ ਇੰਗਲਿਸ਼ ਕਰੇ, ਵਧੀਆ ਬਣੂਗਾ। ਹੁਣ ਪਰ ਬਾਕੀ ਭਾਸ਼ਾ ਬੋਲਦਾ, ਇਹ ਕੋਈ ਪੜ੍ਹਾਈ ਦੀ ਭਾਸ਼ਾ ਨਹੀਂ ਹੈਗੀ। ਇਹ ਮੋਸਟਲੀ ਹੁੰਦਾ, ਸੰਸਕ੍ਰਿਤ ਦੀ ਗੱਲ ਕਰ ਲਈ ਜਾਂ ਹੋਰ ਭਾਸ਼ਾ ਦੀ ਗੱਲ ਕਰ ਲਈ, ਉਹ ਵੀ ਲੁਪਤ ਐਵੇਂ ਹੋ ਚੱਲੀਆਂ ਨੇ। ਕੀ ਗੱਲ ਕਰੀਏ? ਨਹੀਂ, ਜਿਹੜੀ ਭਾਸ਼ਾ ਦੇ ਕਿਸੇ ਦੇ ਲੁਪਤ ਹੋਣ ਬਾਰੇ ਗੱਲ ਹੈ, ਉਹ ਦੇਖੋ ਭਾਸ਼ਾ ਵਿਗਿਆਨੀ ਬਹੁਤ ਨੇ ਸਾਡੇ, ਉਹਨਾਂ ਨਾਲ ਆਪਾਂ ਪੂਰੀ ਡਿਟੇਲ 'ਚ ਵੱਖਰੇ ਤੌਰ 'ਤੇ ਗੱਲ ਕੀਤੀ ਜਾਵੇ ਵੀ ਕੋਈ ਭਾਸ਼ਾ ਕਿਵੇਂ ਬਣਦੀ ਹੈ ਅਤੇ ਕਿਵੇਂ ਲੁਪਤ ਹੁੰਦੀ ਹੈ।
ਪਰ ਜਿਹੜੀ ਇਹ ਸਕੂਲ ਐਜੂਕੇਸ਼ਨ ਦਾ ਸਵਾਲ ਹੈ, ਇਹ ਯੂਐਨਓ ਦਾ ਸਾਫ਼ ਸਪਸ਼ਟ ਸਟੱਡੀ ਹੈ, ਉਹਨਾਂ ਵੱਲੋਂ ਆ ਚੁੱਕੀ ਹੈ। ਇਹ ਇੰਗਲੈਂਡ ਨੇ ਵੀ ਕਰਾ ਕੇ ਦੇਖਿਆ ਹੈਗਾ। ਉਹਨਾਂ ਨੇ ਫਰਾਂਸਿਸ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ ਵਾਪਸ ਲੈਣਾ ਪਿਆ, ਉਹਨਾਂ ਦੀ ਲੋਕਲ ਲੈਂਗੁਏਜ 'ਚ ਆਉਣਾ ਪਿਆ। ਠੀਕ ਹੈ, ਚਾਹੇ ਆਇਰਿਸ਼ ਲੈਂਗੁਏਜ ਹੈ, ਚਾਹੇ ਇੰਗਲਿਸ਼ ਲੈਂਗੁਏਜ ਹੈ, ਜਾਂ ਸਾਡੇ ਪੰਜਾਬੀ 'ਚ ਵੀ ਤੁਸੀਂ ਦੇਖ ਲਓ, ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਸਰਕਾਰੀ ਸਕੂਲਾਂ ਜਾ ਕੇ ਪੜ੍ਹ ਰਹੇ ਨੇ, ਅਤੇ ਜਿੰਨੀ ਵਧੀਆ ਪੰਜਾਬੀ ਲਿਖਦੇ ਨੇ, ਪੜ੍ਹਦੇ ਨੇ, ਉਹ ਮਤਲਬ ਕਮਾਲ ਦੀ ਪੰਜਾਬੀ ਹੈ। ਠੀਕ ਹੈ, ਤੁਸੀਂ ਇਹ ਕਹਿ ਨਹੀਂ ਸਕਦੇ। ਅੱਜ ਵੀ ਲੱਖਾਂ ਲੋਕ ਪੰਜਾਬੀ ਦੇ ਜਿਹੜੇ ਪੜ੍ਹ ਰਹੇ ਨੇ, ਇਹਦੀ ਐਸੀ ਕੋਈ ਗੱਲ ਨਹੀਂ ਹੈ। ਦੂਜੀ ਭਾਸ਼ਾਵਾਂ ਬਾਰੇ ਗਿਆਨ ਤੁਹਾਨੂੰ ਉਦੋਂ ਹੋਏਗਾ ਜਦੋਂ ਤੁਸੀਂ ਆਪਣੀ ਮਾਤ ਭਾਸ਼ਾ 'ਚ ਜਿਹੜਾ ਤਿਆਰ ਹੋਵੋਗੇ, ਉਹਨੂੰ ਪੜ੍ਹੋਗੇ, ਉਹਦੇ ਸ਼ਬਦਾਂ ਨੂੰ, ਕਿਉਂਕਿ ਮਾਤ ਭਾਸ਼ਾ ਤੋਂ ਬਿਨਾਂ ਤਾਂ ਤੁਹਾਡਾ ਗੁਜ਼ਾਰਾ ਹੀ ਨਹੀਂ ਹੈ, ਤੁਸੀਂ ਜਿਉ ਹੀ ਨਹੀਂ ਸਕਦੇ। ਤੁਸੀਂ ਅੰਨੇ ਬੋਲੇ ਬਣ ਜਾਓਗੇ ਜੇ ਤੁਸੀਂ ਭਾਸ਼ਾ ਭੁੱਲ ਜਾਓਗੇ, ਮਾਤ ਭਾਸ਼ਾ। ਸਰ ਐਵੇਂ ਹੁੰਦਾ ਹੈ ਕਿ ਜੇ ਵਕਾਲਤ ਦੀ ਗੱਲ ਕਰੀਏ ਕਿ ਵਕੀਲਾਂ ਵੱਲੋਂ ਜਦੋਂ ਕੋਈ ਬੰਦਾ ਆਉਂਦਾ ਹੈ ਤਾਂ ਉਹਨੂੰ ਥੋੜ੍ਹਾ ਮਤਲਬ ਕਿ ਕਦੀ ਭੜਕਾਉਣ ਵਾਸਤੇ ਜਾਂ ਇੰਗਲਿਸ਼ 'ਚ ਕਹਿਣਾ ਵੀ ਇੰਗਲਿਸ਼ ਬਿਆਨ ਦੇਣੇ ਆ ਜਾਂ ਐਵੇਂ ਦੀ ਗੱਲ ਕਰਨੀ, ਐਵੇਂ ਦਾ ਕੁਛ ਹੁੰਦਾ ਵੀ ਉਹਨੂੰ ਗੱਲ ਤੋਂ ਭੜਕਾਇਆ ਜਾਂਦਾ ਹੈ, ਕੁਛ ਹੋਰ ਤਾਂ ਗੱਲ ਲਈ ਜਾਂਦੀ ਹੈ? ਨਹੀਂ, ਵਕੀਲ ਦੇਖੋ, ਵਕੀਲ ਦਾ ਜਿਹੜਾ ਪ੍ਰਾਈਵੇਟ ਕੀਤਾ ਗਾ, ਇਹ ਆਪਣੇ ਜਿਹੜਾ ਮੁਵੱਕਲ ਆਉਂਦਾ, ਉਹਨਾਂ ਕੋਲ ਜਿਹੜਾ ਕਲਾਇੰਟ ਆਉਂਦਾ, ਉਹ ਆਪਣੀ ਜੋ ਉਹਦੀ ਭਾਸ਼ਾ ਗਈ ਉਹਦੇ ਵਿੱਚ ਹੀ ਗੱਲ ਕਰਦਾ। ਉਹਦੀਆਂ ਜ਼ਰੂਰਤਾਂ ਕੀ ਨੇ, ਅਗਰ ਉਹ ਸਾਨੂੰ ਕਹਿੰਦਾ ਵੀ ਮੇਰੀ ਗੱਲ ਜਾਂ ਕੇਸ ਤੁਸੀਂ ਪੰਜਾਬੀ 'ਚ ਕਰੋ, ਅਸੀਂ ਪੰਜਾਬੀ 'ਚ ਕਰਦੇ ਹਾਂ। ਜਿਹੜੀਆਂ ਨਿਚਲੀਆਂ ਅਦਾਲਤਾਂ ਜਿੱਥੇ ਅਸੀਂ ਕੰਮ ਕਰਦੇ ਹਾਂ, ਠੀਕ ਹੈ, ਵੀ ਉਹ ਭੜਕਾਉਣ ਵਾਲਾ ਕੋਈ ਮਾਮਲਾ ਨਹੀਂ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਹਾਂ, ਜਿਹੜਾ ਦੇਖੋ ਤੁਸੀਂ ਕਿਸੇ ਪਰਫੈਕਟ ਕਿੱਤੇ 'ਚ ਕੰਮ ਕਰਦੇ ਹੋ, ਉਹਦੀ ਆਪਦੀ ਇੱਕ ਭਾਸ਼ਾ ਡਿਵੈਲਪ ਹੋ ਜਾਂਦੀ ਹੈ। ਉਹ ਸ਼ਬਦ ਜਿਵੇਂ ਸਾਡੀ ਜਿਹੜੀ ਕਾਨੂੰਨ ਦੀ ਭਾਸ਼ਾ ਹੈਗੀ ਹੈ, ਇਹਦੇ ਵਿੱਚ ਫਾਰਸੀ ਦੇ ਸ਼ਬਦ ਬਹੁਤ ਜ਼ਿਆਦਾ ਨੇ, ਕਿਉਂਕਿ ਜਦੋਂ ਭਾਰਤ ਦੇ ਵਿੱਚ ਨਿਆਂ ਵਿਵਸਥਾ ਡਿਵੈਲਪ ਹੁੰਦੀ ਹੈ, ਚਾਹੇ ਉਹਨੂੰ ਮਨੂ ਸਮਰਿਤੀ ਤੋਂ ਲੈ ਕੇ ਕਹਿੰਦੇ ਆ ਵੀ ਉਹ ਸਮਰਿਤੀਆਂ ਬਣੀਆਂ, ਜਾਂ ਕਸਟਮ ਤੋਂ ਜਿਹੜਾ ਲਾਅ ਡਿਵੈਲਪਮੈਂਟ ਹੁੰਦੇ ਆ ਨਾ, ਜਾਂ ਹੋਰ ਚੀਜ਼ਾਂ ਨੇ, ਜਿਹੜੀਆਂ ਕੋਰਟਸ ਜਦੋਂ ਆਉਂਦੀਆਂ ਨੇ, ਬਣਦੀਆਂ ਨੇ, ਤਾਂ ਉਹਦੇ ਵਿੱਚ ਭਾਰੂ ਜਿਹੜੀ ਲਿਖਤੀ ਭਾਸ਼ਾ ਹੈਗੀ ਫਾਰਸੀ ਦੇ ਰੂਪ ਦੇ ਵਿੱਚ ਸਾਡੀ ਆਉਂਦੀ ਹੈ। ਚਾਹੇ ਸਿੱਖ ਜਿਹੜੇ ਰਾਜ ਦੀ ਗੱਲ ਕਰਦੇ ਆ, ਅਸਲ ਜੋ ਪੰਜਾਬੀ ਰਾਜ ਸੀਗਾ, ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਾ ਰਾਜ ਹੈ, ਉਹ ਪੰਜਾਬੀ ਭਾਸ਼ਾ ਦੇ ਵਿਕਸਿਤ ਹੋਣ ਦਾ ਰਾਜ ਹੈ। ਉਹਨਾਂ ਦੀ ਜਿਹੜੀ ਪ੍ਰਸ਼ਾਸਨਿਕ ਸਮਰੱਥਾ ਸੀਗੀ, ਉਹ ਪੰਜਾਬੀ ਭਾਸ਼ਾ ਸੀਗੀ, ਉਹਦੇ ਨਾਲ ਉਹ ਲੋਕਾਂ ਨਾਲ ਜੁੜ ਗਈ ਸੀਗੀ। ਅਤੇ ਇਹੀ ਗੱਲ ਸੀਗੀ, ਜਦੋਂ ਅੰਗਰੇਜ਼ ਆਉਂਦੇ ਆ, ਉਹ ਜਦੋਂ ਫੌਜ ਨੂੰ ਭਰਤੀ ਕਰਦੇ ਆ, ਤਾਂ ਫੌਜੀ ਨੂੰ ਜਿਹੜਾ ਉਹ 3 ਆਨੇ ਦਿੰਦੇ ਆ, ਜਾਂ ਜੋ ਮੈਂ ਸੁਣਿਆ ਗਾ ਗੱਲ, ਅਤੇ ਕਾਇਦਾ ਵਾਪਸ ਕਰਨ ਦੇ ਜਿਹੜੀ, ਕਿਉਂਕਿ ਭਾਸ਼ਾ ਨੂੰ ਤੋੜਨਾ ਚਾਹੁੰਦੇ ਆ ਉਹ ਲੋਕਾਂ ਨੂੰ, ਤਾਂ ਉਹਦੇ 6 ਆਨੇ ਦਿੰਦੇ ਆ ਵੀ ਸਾਨੂੰ ਜਿਹੜੇ ਕਾਇਦੇ ਵਾਪਸ ਕਰੋ। ਅਤੇ ਇਸ ਕਰਕੇ ਭਾਸ਼ਾ ਦਾ ਜਿਹੜਾ ਪ੍ਰਸ਼ਾਸਨ ਦੇ ਵਿੱਚ ਬਹੁਤ ਵੱਡਾ ਰੋਲ ਹੈ। ਜੇ ਸਰਕਾਰ ਦੇ ਜਿਹੜੀ ਉੱਪਰਲੀ ਅਫਸਰਸ਼ਾਹੀ ਹੈ, ਉਹ ਇਹ ਸਮਝੇਗੀ, ਲੋਕਾਂ ਨੂੰ ਟੁੱਟ ਜਾਏਗੀ, ਉਹਨੂੰ ਥੱਲੜੇ ਲੋਕਾਂ ਦੀ ਭਾਸ਼ਾ ਦੇ ਵਿੱਚ ਹੀ ਗੱਲ ਅਤੇ ਉੱਦਾਂ ਦੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ। ਅਤੇ ਇਸ ਕਰਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ, ਚਾਹੇ ਅਸੀਂ ਕਿੱਡੇ ਵੱਡੇ ਅਹੁਦਿਆਂ 'ਤੇ ਚਲੇ ਜਾਈਏ, ਕਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਈਏ, ਅਤੇ ਜਿਹੜੀ ਆਮ ਲੋਕਾਂ ਦੀ ਭਾਸ਼ਾ, ਆਮ ਲੋਕ ਹੀ ਜਿਹੜੀਆਂ ਸਥਿਤੀਆਂ ਤੋਂ ਜਿਨ੍ਹਾਂ ਦੇ ਰਾਈਟ ਖੋਏ ਜਾਂਦੇ, ਉਹ ਆਮ ਲੋਕ ਹੀ ਹੁੰਦੇ ਆ। ਪੜ੍ਹੇ ਲਿਖੇ ਜਿਹੜੇ ਜ਼ਿਆਦਾ ਕਹਿੰਦੇ ਆ ਆਪਣੇ ਆਪ ਨੂੰ, ਉਹ ਅਵੇਅਰ ਹੁੰਦੇ ਆ, ਅਤੇ ਉਹ ਆਪਦੀ ਲੜਾਈ ਲੜ ਲੈਂਦੇ ਆ। ਅਤੇ ਇਸ ਕਰਕੇ ਜੇ ਅਸੀਂ ਇਨਸਾਫ ਦਿਵਾਉਣਾ ਗਾ ਸਾਡਾ ਕੰਮ ਹੈ, ਤਾਂ ਮੈਨੂੰ ਨਹੀਂ ਲੱਗਦਾ ਕੋਈ ਵਕੀਲ ਇੱਦਾਂ ਭੱਜਦਾ ਹੋਊਗਾ ਇਹ ਗੱਲ ਤੋਂ, ਕਦੇ ਨਹੀਂ ਭੱਜਦੇ ਹੈ। ਅਸੀਂ ਨਿਚਲੀਆਂ ਅਦਾਲਤਾਂ 'ਚ ਕੰਮ ਕਰਦੇ ਹਾਂ, ਅਸੀਂ ਤਾਂ ਕਦੇ ਦੇਖਿਆ ਨਹੀਂ ਹੈ। ਹਾਂ, ਆਪਣੇ ਕਿੱਤੇ ਦੀਆਂ ਲੋੜਾਂ ਜਾਂ ਕਲਾਇੰਟ ਸਾਨੂੰ ਕਹਿੰਦਾ ਹੈਗਾ, ਹਾਂ, ਕੁਛ ਐਸੇ ਲੋਕ ਵੀ ਹੋਣਗੇ ਜਿਨ੍ਹਾਂ ਦੇ ਮਨ 'ਚ ਇਹ ਹੋਊਗਾ ਵੀ ਅਸੀਂ ਇਹਨਾਂ ਨੂੰ ਅੰਗਰੇਜ਼ੀ ਦੀਆਂ 4 ਗੱਲਾਂ ਕਰਕੇ ਜਾਂ ਹੋਰ ਸ਼ਬਦ ਇਹੋ ਜਿਹੇ ਵਰਤ ਕੇ ਕਿੱਤਾ ਦੇ ਜਿਹੜੇ ਇਹਨਾਂ ਨੂੰ ਭਰਮਾਲਾਂਗੇ। ਇਸ ਤਰ੍ਹਾਂ ਦੇ ਲੋਕ ਹੁੰਦੇ ਹੀ ਨੇ, ਹਰ ਥਾਂ ਹੀ ਹੁੰਦੇ ਆ, ਕਿੱਤੇ ਵਿੱਚ ਹੁੰਦੇ ਨੇ ਐਵੇਂ ਦੇ ਲੋਕ। ਅਤੇ ਇਹ ਤੁਸੀਂ ਸੁਣਿਆ ਕਿ ਸਾਡੇ ਨਾਲ ਐਡਵੋਕੇਟ ਰਾਜੀਵ ਕੋਟਲੀ ਜੀ, ਜਿਨ੍ਹਾਂ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਗਰ ਐਵੇਂ ਦਾ ਕੋਈ ਕਦਮ ਚੁੱਕਿਆ ਜਾਂਦਾ ਹੈ ਕਿ ਜੋ ਲੋਕਲ ਲੈਂਗੁਏਜ ਹੈ ਉਹਨੂੰ ਹੀ ਜੁਡੀਸ਼ਰੀ ਦੀ ਲੈਂਗੁਏਜ ਬਣਾਇਆ ਜਾਏ, ਤਾਂ ਕਿ ਜੋ ਆਮ ਲੋਕ ਨੇ ਉਹਨਾਂ ਨੂੰ ਆਪਣਾ ਪੱਖ ਰੱਖਣ 'ਚ ਆਸਾਨੀ ਹੋਵੇ, ਅਤੇ ਜੋ ਅੱਗੇ ਸਮਝਣ ਵਾਲੇ ਨੂੰ ਜੋ ਪੱਖ ਰੱਖ ਰਹੇ ਨੇ ਉਸ ਪੱਖ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ, ਅਤੇ ਇਸ ਨਾਲ ਆਮ ਲੋਕਾਂ ਨੂੰ ਬੜਾ ਫਾਇਦਾ ਹੋਏਗਾ ਲੋਕਲ ਕੋਰਟਾਂ ਵਿੱਚ। ਅਤੇ ਕੈਮਰਾ ਪਰਸਨ ਵਕੀਲ ਦੇ ਨਾਲ ਔਨ ਏਅਰ ਧਰੁਵਦੀਪ ਸਿੰਘ, ਪਟਿਆਲਾ।